ਤੇ ਜ਼ਰਾ ਸੂਰਜ ਗਿਆ ਸਾਨੂੰ ਲਾ ਕੇ ਦੱਸ। ਮੈਂ ਜਲਦੀ ਜਾਂ ਸੈਣੀ ਸਾਹਿਬ ਤੇ ਮੈਂ ਨਾ ਛੋਟੀ ਜੀ ਗੱਲ ਕਰਕੇ ਤੇ ਫਿਰ ਇਜਾਜ਼ਤ ਲੈ ਲਾਂਗਾ। ਚਲੋ ਇਹਨਾਂ ਦਾ ਅਸੂਲ ਮੰਨ ਹੀ ਲਓ ਸੈਣੀ ਸਾਹਿਬ ਕਿ ਜਿਹੜੀ ਗੱਲ ਪੂਰੀ ਹੋ ਜੇ ਉਹ ਖੁਦਾ ਦੀ ਤਰਫ ਹੁੰਦੀ, ਖੁਦਾ ਦੇ ਰਸੂਲ ਦੀ ਤਰਫ ਹੁੰਦੀ ਹੈ। ਤਾਂ ਮੇਰੇ ਸਾਹਮਣੇ ਨਾ ਸੈਣੀ ਸਾਹਿਬ ਅਨਵਾਰੁਲ ਉਲੂਮ ਦੀ ਪਹਿਲੀ ਜਿਲਦ ਤੇ 330 ਸਫਾ ਹੈ। ਇਹਦੇ ਉੱਤੇ ਲਿਖਿਆ ਹੈ ਕਿ ਡਾਕਟਰ ਅਬਦੁਲ ਹਕੀਮ ਪਟਿਆਲਵੀ ਜਿਹੜਾ ਕਿ ਇਲਹਾਮ ਦਾ ਦਾਵਾ ਕਰਦਾ ਸੀ, ਪਤਾ ਜੇ ਮਿਰਜ਼ਾ ਸਾਹਿਬ ਦੇ ਬਾਰੇ ਉਹਨੇ ਇਲਹਾਮਾਤ ਪੇਸ਼ ਕੀਤੇ ਨੇ, ਉਹਨੇ ਇੱਕ ਪੇਸ਼ਗੋਈ ਕੀਤੀ ਸੀ ਕਿ ਅਨਕਰੀਬ, ਇਹ ਮੈਂ ਲਫ਼ਜ਼ ਉਹੀ ਪੜਨ ਲੱਗਾ ਜਿਹੜੇ ਉੱਤੇ ਲਿਖੇ ਨੇ, अनकरीब मिर्जा साहब पर ईमान को गैर जरूरी करार देकर बाकी तमाम गैर फिरकों को भी मुसलमान करार देंगे। ये पेशगोई पूरी हो गई है कि नहीं हुई पूरी? ते इस पेशगोई नूं डॉक्टर अब्दुल हकीम पटियालवी दी इस गल नूं खुदा दी तरफों लाम मान लिया फिर कि तुसी तमाम गैर फिरकियां नूं गैर अहमदियां नूं मुसलमान करार दोवोगे। देता तुसां ते तुहाडे खलीफा साहब कहंदे ने कि ये तो शैतानी पेशगोई है। मैं पूरे उन्हां दे लफ्ज़ पढ़ देना। कहंदे ने, फरमांदे ने तुहाडे खलीफा साहब, बस हमारा भी ऐसे ही अकायद रखना, गोया अब्दुल हकीम की पैरवी करना और हजरत मसीह मौद का इनकार करना है और उसकी शैतानी पेशगोई को पूरा करना है। कौन सी पेशगोई? कि अनकरीब मिर्जा साहब पर ईमान को गैर जरूरी करार देकर बाकी तमाम गैर फिरकों को भी मुसलमान करार देंगे। मैं तो जवाब देना, मनु दसो कि उन्होंने किया है कि अल्लाह ताला ने मनु किया? हाँ जी, मुलहम सी डॉक्टर अब्दुल हकीम पटियालवी ने तो दर्जन इल्हाम पेश किए मिर्जा साहब के बारे। एक मिनट ओ इल्हाम तुसी पूरा पढ़ो जरा, उन्होंने की किया? ਇਹ ਇਲਹਾਮ ਇਹਨਾਂ ਉਹਦਾ ਕਿ ਅਨਕਰੀਬ ਮਿਰਜ਼ਾਈ ਜਿਹੜੇ ਨੇ ਇਹ ਮਿਰਜ਼ਾ ਸਾਹਿਬ ਦੇ ਉੱਤੇ ਈਮਾਨ ਨੂੰ ਗੈਰ ਜ਼ਰੂਰੀ ਕਰਾਰ ਦੇਣ ਦੇ ਤੇ ਬਾਕੀ तमाम ਗੈਰ ਫਿਰਕਿਆਂ ਨੂੰ ਵੀ ਮੁਸਲਮਾਨ ਕਰਾਰ ਦੇਣਗੇ। इल्हाम नहीं है तो ਤੁਹਾਡੇ ਆਪਣੇ ਅਲਫਾਜ਼ ਨੇ, ਤੁਸੀਂ ਮੈਨੂੰ ਉਹਦਾ ਇਲਹਾਮ ਅਲਫਾਜ਼ਾਂ ਦੱਸੋ ਕਿ ਉਹ ਮੁਅੱਯਨ ਅਲਫਾਜ਼ ਕੀ ਨੇ। ਮੁਅੱਯਨ ਅਲਫਾਜ਼ ਪਾ ਦੱਸਣਾ ਸਰ, ਉਹਦੀ ਪੇਸ਼ਗੋਈ ਕੀ ਹੁੰਦੀ ਹੈ? ਹਾਂਜੀ ਦੱਸੋ ਮੈਨੂੰ, ਪੜ੍ਹ ਜਿਹੜਾ ਮੁਲਹਮ ਹੈ अल्लाह ताला ने मुझ पर ये इल्हाम फरमाया है या अल्लाह ताला ने मुझे बताया है या जो भी है, ਉਹ ਦੱਸੋ ਮੈਨੂੰ ਕੀ ਅੱਲਾਹ ਤਾਲਾ ਨੂੰ। ਮਤਲਬ ਇਹ ਮਿਰਜ਼ਾ ਸਾਹਿਬ ਨੇ ਜਿੰਨੀਆਂ ਪੇਸ਼ਗੋਈਆਂ ਕੀਤੀਆਂ ਨੇ ਉਹਦੇ ਚ ਅੱਲਾਹ ਤਾਲਾ ਦਾ ਜ਼ਿਕਰ ਮੌਜੂਦ ਹੈ? ਜੀ ਦੇਖੋ ਉਹਨਾਂ ਦੀ ਬੇਸ਼ੁਮਾਰ ਜਿਸ ਬਰਾਹੀਨੀ ਅਹਿਮਦੀ तमाम ਜਿਹੜੀਆਂ ਪੇਸ਼ਗੋਈਆਂ ਨੇ ਉਹਨਾਂ ਨੇ ਅੱਲਾਹ ਤਾਲਾ ਦੀ ਤਰਫ ਵਾਪਸ ਲੁਟਾਈਆਂ ਨੇ ਕਿ ਅੱਲਾਹ ਤਾਲਾ ਇਹ ਵੀ ਤੇ ਇਹੀ ਕਹਿੰਦਾ ਨਾ ਫਿਰ ਡਾਕਟਰ। ਨਹੀਂ ਯਾਰ ਇਹ ਕਹਿੰਦਾ ਹੈ ਕਿ ਮੈਨੂੰ ਅੱਲਾਹ ਤਾਲਾ ਨੇ ਦੱਸਿਆ ਹੈ ਕਿ ਮਿਰਜ਼ਾ ਸਾਹਿਬ 14 ਮਹੀਨਿਆਂ 'ਚ ਮਰ ਜਾਣਗੇ। ਮਿਰਜ਼ਾ ਸਾਹਿਬ ਜਨਾਬ ਉਹ ਫਲਾਣੀ ਬਿਮਾਰੀ, ਕਿਹੜੀ ਬਿਮਾਰੀ ਕਹਿੰਦਾ ਸੀ ਸੈਣੀ ਸਾਹਿਬ, ਉਹ ਇੱਕ ਪਤਾ ਨਹੀਂ ਨਾਂ ਲੈਂਦਾ ਸੀ ਬਿਮਾਰੀ ਦਾ, ਫਲਾਣੀ ਬਿਮਾਰੀ ਨਾਲ ਮਰ ਜਾਣਗੇ ਵਗੈਰਾ ਵਗੈਰਾ। ਉਹਨੇ ਮਿਰਜ਼ਾ ਸਾਹਿਬ ਦੇ ਬਾਰੇ ਬੜੇ ਇਲਹਾਮ ਪੇਸ਼ ਕੀਤੇ ਨੇ ਤੇ ਮਿਰਜ਼ਾ ਸਾਹਿਬ ਨੇ ਉਹਦੇ ਇਲਹਾਮਾਂ ਦਾ ਜਵਾਬ ਦਿੱਤਾ ਹੈ। ਤੇ ਹੁਣ ਤੁਹਾਡੇ ਖਲੀਫਾ ਸਾਹਿਬ ਕਹਿੰਦੇ ਨੇ ਕਿ ਇਹ ਤੇ ਸ਼ੈਤਾਨੀ ਪੇਸ਼ਗੋਈ ਹੈ ਤੇ ਤੁਸੀਂ ਲੱਗੇ ਹੋ ਪੂਰੀ ਕਰਨ, ਤੇ ਤੁਸੀਂ ਪੂਰੀ ਕਰਕੇ ਤੇ ਤੁਸੀਂ ਤਾਂ ਸਾਬਤ ਕਰ ਛੜਿਆ ਕਿ ਸ਼ੈਤਾਨੀ ਨਹੀਂ ਹੈ ਫਿਰ। ਹਾਂਜੀ ਦੇਖੋ ਨਾ, ਸ਼ੈਤਾਨੀ ਨਹੀਂ ਨਾ ਹੁੰਦੀ ਭੱਟ ਸਾਹਿਬ, ਜਿਹੜੀ ਪੂਰੀ ਹੋ ਜੇ ਸ਼ੈਤਾਨੀ ਨਹੀਂ ਨਾ ਹੁੰਦੀ। ਨਹੀਂ ਮੇਰੀ ਗੱਲ ਸੁਣੋ, ਤੁਹਾਨੂੰ ਮੈਂ ਕਿਹਾ ਕਿ ਉਹਨੇ ਖੁਦਾ ਦੀ ਤਰਫ ਇਹ ਪੇਸ਼ਗੋਈ ਲੁਟਾਈ ਹੈ ਕਿ ਖੁਦਾ ਨੇ ਮੈਨੂੰ ਦੱਸਿਆ। ਆਹੋ ਖੁਦਾ ਦੀ ਪੜ੍ਹ ਕੇ ਸੁਣਾਓ ਨਾ ਇਲਹਾਮ। ਪੜ੍ਹ ਕੇ ਮੈਂ ਉੱਥੇ ਹੀ ਵਾਪਸ ਆ ਗਏ ਹੋ ਨਾ ਤੁਸੀਂ ਉੱਥੇ ਹੀ ਕਿ ਅਸਲ ਗੱਲ ਦੇਖਣਾ ਹੈ ਕਿ ਜਿਸ ਗੱਲ ਤੇ ਤੁਸੀਂ ਬੁਨਿਆਦ ਰੱਖ ਰਹੇ ਹੋ ਕਿਹਨੇ ਕਹੀ ਹੈ? ਅੱਲਾ ਨੇ ਕਹੀ ਹੈ, ਅੱਲਾ ਦੇ ਰਸੂਲ ਨੇ ਕਹੀ। ਇਹ ਆਈ ਨਾ ਬੁਨਿਆਦ, ਫਿਰ ਉਹਦਾ ਪੂਰਾ ਹੋਣਾ ਜਾਂ ਨਾ ਪੂਰਾ ਹੋਣਾ ਗੱਲ ਨਹੀਂ ਹੈ। ਦੇਖਣਾ ਇਹ ਹੈ ਕਿ ਉਹ ਕਲਾਮ ਕਿਹਦੀ ਤਰਫ ਮਨਸੂਬ ਹੋ ਰਿਹਾ ਹੈ, ਕਿਆ ਵਾਕਈ ਰਸੂਲਾਂ ਦਾ ਕਲਾਮ ਹੈ? ਤੇ ਫਿਰ ਜੀ ਮੈਂ ਦੇਖੋ ਹਾਂਜੀ ਸਾਨੀ ਸਾਹਿਬ, ਮੈਂ ਇੱਕ ਦਲੀਲ ਹੋਰ ਪੇਸ਼ ਕੀਤੀ ਹੈ ਕਿ ਇੱਕ ਐਸੀ ਪੇਸ਼ਗੋਈ ਹੈ ਜਿਹਦੇ ਚ ਇਨਸਾਨ ਦਾ ਅਮਲ ਦਖਲ ਨਹੀਂ ਹੈ ਜੀ। ਇਹ ਤੁਸੀਂ, ਮੈਂ ਤੁਹਾਨੂੰ ਕਿਹਾ ਕਿ ਜਿੰਨੇ ਮਰਜ਼ੀ ਜਹਾਜ਼ ਲੈ ਕੇ ਮੈਨੂੰ ਜ਼ਰਾ ਚੰਦ ਸੂਲੀਆਂ ਲਾ ਕੇ ਦਿਖਾ ਦਿਓ ਜੀ। ਨਹੀਂ ਐਸੀ ਕਰਨਾ ਜਿਹਦੇ ਚ ਇਨਸਾਨ ਦਾ ਅਮਲ ਦਖਲ ਹੋਵੇ, ਉਹ ਤਾਂ ਤੁਸੀਂ ਅੰਦਾਜ਼ੇ ਲਾ ਸਕਦੇ ਹੋ ਨਾ। ਐਸੀ ਹਾਂਜੀ ਇਹ ਕਨਫਰਮ, ਇੱਕ ਮਿੰਟ ਮੈਨੂੰ ਰੀ ਵੈਰੀਫਾਈ ਕਰ ਲੈਣ ਦੋ। ਇਹ ਜਿਹੜੇ ਦਿਓਬੰਦੀ ਨੇ, ਬਰੇਲਵੀ ਨੇ, ਅਹਿਲ ਹਦੀਸ ਨੇ, ਇਹ ਮੁਸਲਮਾਨ ਨੇ ਸਾਰੇ ਗੈਰ ਫਿਰਕੇ ਜਿਹੜੇ ਗੈਰ ਅਹਿਮਦੀ ਨੇ? ਯਾਰ ਇਹਦਾ ਅਸੀਂ ਕਿੰਨੀ ਵਾਰੀ ਜਵਾਬ ਦੇ ਚੁੱਕੇ, ਹੁਣ ਤੁਹਾਨੂੰ ਅੱਜ ਫੇਰ ਕੋਈ ਨਵਾਂ ਜਵਾਬ ਦਵਾਂ ਮੈਂ? ਨਹੀਂ ਮਤਲਬ ਇਹ ਪੇਸ਼ਗੋਈ ਫਿਰ ਪੂਰੀ ਉਹ ਸਵਾਲ ਕਰੋ ਜਿਹਦਾ ਜਵਾਬ 1000 ਦਫਾ ਨਹੀਂ ਦਿੱਤਾ ਗਿਆ, 1000 ਦਫਾ ਜਵਾਬ ਦਿੱਤਾ ਗਿਆ। ਫਿਰ ਤੁਸੀਂ ਇਹਨਾਂ ਨੂੰ ਮੁਸਲਮਾਨ ਕਰਾਰ ਦੇ ਕੇ ਤੇ ਡਾਕਟਰ ਅਬਦੁਲ ਹਕੀਮ ਪਟਿਆਲਵੀ ਦੀ ਪੇਸ਼ਗੋਈ ਪੂਰੀ ਕਰਦੇ ਆ ਤੇ ਅਸੀਂ ਇਹਨਾਂ ਨੂੰ ਗੈਰ ਮੁਸਲਮ ਕਿਹਾ ਕਿਦੋਂ ਸੀ, ਕਰਾਰ ਕਿਦੋਂ ਦਿੱਤਾ ਸੀ? ਇਹ ਤਾਂ ਹੁਣ ਆਪਣੇ ਖਲੀਫਾ ਸਾਹਿਬ ਨੂੰ ਪੁੱਛੋ ਨਾ ਜਿਨ੍ਹਾਂ ਨੇ। ਯਾਰ ਛੱਡੋ, ਦੇਖੋ ਹੁਣ ਇਹ ਵੇ ਕੱਜ ਬੈਸੀ, ਇਹਦੇ ਚ ਕਿਹੜੀ ਕੱਜ ਬੈਸੀ ਹੈ? ਨਵਾਰੁਲ ਉਲੂਮ ਜਿਲਦ 1 ਤੇ ਸਫਾ ਨੰਬਰ 330 है, मुसलमान वही है जो सब ममूरों को माने। ए मजमून है जी, बिल्कुल दुरुस्त है।
ਇਹਦੇ ਚ ਉਹਨਾਂ ਇਹ ਗੱਲ ਲਿਖੀ ਹੈ ਕਿ ਇਹ ਸ਼ੈਤਾਨੀ ਪੇਸ਼ਗੋਈ ਉਹਦੀ ਪੂਰੀ ਪੇ ਕਰਦੇ ਹੋ। ਓਹੋ ਦੇਖੋ ਤੁਸੀਂ ਹੁਣ ਪੇਸ਼ ਕੋਈ ਉਹ ਅਲਫਾਜ਼ ਲਾਓ ਉਹਨੂੰ ਚੈੱਕ ਕਰੀਏ ਫਿਰ ਅਸੀਂ ਗੱਲ ਕਰ ਸਕਦੇ ਮੈਂ ਤੇ ਉਹ ਪੇਸ਼ਗੋਈ ਤੇ ਮੇਰੀ ਗੱਲ ਜਾਂ ਮੈਨੂੰ ਭੇਜ ਦਿਓ ਤੁਸੀਂ ਫਿਰ ਅਸੀਂ ਗੱਲ ਕਰ ਮੇਰੇ ਲਾਂਗੇ। ਕੋਲ ਉਹਦੀਆਂ ਮੈਂ ਕੋਈ ਡਾਕਟਰ ਅਬਦੁਲ ਹਕੀਮ ਪਟਿਆਲਵੀ ਦਾ ਪੈਰੋਕਾਰ ਨਹੀਂ ਤੇ ਨਾ ਮੇਰੇ ਕੋਲ ਉਹਦੀਆਂ ਸਾਰੀਆਂ ਤਹਿਰੀਰਾਂ ਨੇ। ਤੁਹਾਡੇ ਖਲੀਫਾ ਸਾਹਿਬ ਦੇ ਅਲਫਾਜ਼ ਨੇ ਕਿ ਉਹਦੀ ਇਹ ਪੇਸ਼ਗੋਈ ਹੈ, ਜਿਸ ਤਰ੍ਹਾਂ ਮਿਰਜ਼ਾ ਸਾਹਿਬ ਦੀਆਂ ਪੇਸ਼ਗੋਈਆਂ ਹੁੰਦੀਆਂ ਸਨ। ਹੁਣ ਇਹ ਪੇਸ਼ਗੋਈ ਹੋ ਗਈ ਪੂਰੀ, ਇਹ ਖੁਦਾ ਦੀ ਤਰਫੋਂ ਹੈ ਜਾਂ ਸ਼ੈਤਾਨੀ ਹੈ, ਇਹਨਾਂ ਦੱਸ ਦਿਓ। ਦੇਖੋ ਜਿੰਨੀ ਦੇਰ ਤੱਕ ਸਾਨੂੰ ਇਹ ਨਹੀਂ ਪਤਾ ਕਿ ਇਹ ਪੇਸ਼ਗੋਈ ਅੱਲਾਹ ਤਾਲਾ ਦੀ ਤਰਫੋਂ ਹੋਈ ਕੀਤੀ ਗਈ ਹੈ ਜਾਂ ਉਹਨੇ ਪੂਰੀ ਹੋ ਗਈ ਹੈ ਨਾ ਬਟ ਸਾਹਿਬ, ਪੂਰੀ ਹੋ ਗਈ। ਯਾਰ ਪੂਰੀ ਹੋਣਾ ਤੇ ਨਜੂਮੀਆਂ ਦੀਆਂ ਗੱਲਾਂ ਬਾਅਦ ਪੂਰੀਆਂ ਹੋ ਜਾਂਦੀਆਂ ਨੇ, ਪੂਰੀ ਹੋਣਾ ਸ਼ਰਤ ਨਹੀਂ ਹੈ। ਅੱਛਾ ਪੂਰੀ ਹੋ ਜਾਏ ਤੇ ਕੋਈ ਗਾਰੰਟੀ ਨਹੀਂ ਕਿ ਅੱਲਾਹ ਤੇ ਅੱਲਾਹ ਦੇ ਰਸੂਲ ਦੀ ਤਰਫੋਂ। ਹਾਂ ਤੁਸੀਂ ਉਹ ਚੀਜ਼ ਅੱਲਾਹ ਦੇ ਤਰਫੋਂ ਕਰੋ। ਜੇ ਚੰਨ ਗ੍ਰਹਿਣ ਲੱਗ ਗਿਆ, ਜੇ ਚੰਨ ਗ੍ਰਹਿਣ ਲੱਗ ਗਿਆ, ਸੂਰਜ ਗ੍ਰਹਿਣ ਲੱਗ ਗਿਆ ਤੇ ਅੱਲਾਹ ਦੇ ਰਸੂਲ ਦੀ ਗੱਲ ਹੋਣਾ ਜ਼ਰੂਰੀ ਨਹੀਂ ਹੈ। ਦੇਖੋ ਮੇਰੀ ਗੱਲ ਸੁਣੋ, ਉਹ ਹੈ ਵੇ ਕਿ ਉਹ ਹਦੀਸਾਂ ਦੀ ਕਿਤਾਬ ਚ ਆਈ ਦੀ ਹੈ ਪੇਸ਼ਗੋਈ, ਦਵਾਂ ਨੂੰ ਜੋੜੋ, ਦਵਾਂ ਨੂੰ ਜੋੜ ਕੇ ਵੇਖੋ। ਉਹ ਲੁਟਾਈ ਗਈ ਹੈ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਗੱਲ। ਉੱਥੇ ਸਿਰਫ ਇਮਾਮ ਬਾਕਰ ਦਾ ਨਾਂ ਹੈ, ਨਬੀ ਕਰੀਮ ਦਾ ਨਾਂ ਹੀ ਨਹੀਂ ਉੱਥੇ ਹੈ। ਹਾਂ ਇਮਾਮ ਬਾਕਰ ਦਾ ਨਾਂ ਹੈ ਤੇ ਇਮਾਮ ਬਾਕਰ ਨੇ ਕਿਹਾ ਕੀ ਕਿਹਾ ਮੈਨੂੰ ਅੱਲਾਹ ਤਾਲਾ ਨੇ ਦੱਸਿਆ ਇਹ ਚੀਜ਼, ਕੀ ਉਹਨਾਂ ਨੇ ਲਿਖਿਆ ਤੇ ਇਮਾਮ ਬਾਕਰ ਨੇ ਤੇ ਇੱਕ ਆਪਣੀ ਤਰਫੋਂ ਕੋਲ ਪੇਸ਼ ਕੀਤਾ। ਨਬੀ ਪਾਕ ਦਾ ਤਾਂ ਉਹਨਾਂ ਨਾਮ ਹੀ ਨਹੀਂ ਲਿਆ ਕਿ ਮੈਨੂੰ ਇਮਾਮ ਬਾਕਰ ਦੀ ਨਬੀ ਪਾਕ ਨਾਲ ਮੁਲਾਕਾਤ ਵੀ ਸਾਬਤ ਨਹੀਂ ਹੈ। ਜਿਹੜੀ ਗੱਲ ਤੋਂ ਮੁਹੱਦਿਸੀਨ ਨੇ ਉਹ ਪੇਸ਼ ਜਿਹੜਾ ਕੌਲ ਹੈ ਅੱਗੇ ਲਿਖਿਆ ਕਿ ਨਹੀਂ ਲਿਖਿਆ ਆਪਣੀ ਕਿਤਾਬਾਂ 'ਚ? ਜ਼ਈਫ ਲਿਖਿਆ ਮੁਹੱਦਿਸੀਨ ਨੇ ਉਹਨੂੰ। ਯਾਰ ਜ਼ਈਫ ਸਾਡਾ ਇਹ ਪੈਮਾਨਾ ਜ਼ਈਫ ਹੋਣਾ ਹੈ ਹੀ ਨਹੀਂ ਜੇ ਤੁਹਾਡਾ ਪੈਮਾਨਾ। ਜਦੋਂ ਪੂਰੀ ਹੋ ਗਈ ਫਿਰ ਸਹੀ ਹੈ ਨਾ, ਫਿਰ ਜ਼ਈਫ ਤੇ ਨਾ ਰਹੀ। ਹਾਂ ਜ਼ਈਫ ਨਾ ਨਹੀਂ, ਉਹੀ ਮੈਂ ਕਹਿ ਰਿਹਾ, ਤੁਸੀਂ ਕਹਿ ਰਹੇ ਜ਼ਈਫ ਅਸੀਂ ਪੇਸ਼ਗੀ ਪੂਰੀ ਹੋ ਗਈ ਹੈ। बट साहब पेशगी पूरी हो गई है डॉक्टर अब्दुल हकीम पटियालवी दी कि अनकरीब मिर्जा साहब पर ईमान को गैर जरूरी करार देकर बाकी तमाम गैर फिरकों को भी मुसलमान करार देंगे। देवबंदी, बरेलवी, भाबी, सुन्नी, शिया ये सारे ये मुसलमान ने। दोबारा देखो मैं अगर ਤੁਹਾਡੇ ਮੁਤੱਲਿਕ ਕੁਝ ਕਹਿ ਦਿਓ ਮੁਮਕਿਨ ਪੂਰੀ ਹੋ ਜਾਏ ਚੀਜ਼ ਤੇ ਇਹ ਪੂਰੀ ਹੋਣਾ ਇਹ ਨਹੀਂ ਹੁੰਦਾ ਕਿ ਕਿਸੇ ਨਬੀ ਨੇ ਕੋਈ ਪੇਸ਼ਗੀ ਕੀਤੀ ਤੇ ਉਸ ਨਾਲ ਪੂਰੀ ਹੋਈ ਹੈ। ਉਹਨੇ ਉਹ ਮੁਲਹਮ ਅਸੀਂ ਮੁਸਲਮਾਨਾਂ ਨੂੰ ਕਦੀ ਗੈਰ ਮੁਸਲਮ ਕਿਹਾ ਹੀ ਨਹੀਂ ਸੀ। ਕਦੀ ਨਹੀਂ ਗੈਰ ਮੁਸਲਮਾਨਾਂ ਨੂੰ ਕਦੀ ਗੈਰ ਮੁਸਲਮ ਨਹੀਂ ਕਿਹਾ। मौत को नहीं मानता वो काफिर बल्कि पक्का ਯਾਰ ਤੁਸੀਂ ਅੱਧੀ ਚੀਜ਼ ਬਿਆਨ ਕਰ ਰਹੇ ਹੋ ਨਾ, ਹੁਣ ਅੱਧੀ ਚੀਜ਼ ਬਿਆਨ ਕਰ ਤੁਸੀਂ ਮੇਰੇ ਨਾਲ ਬਹਿਸ ਕਰ ਰਹੇ ਹੋ ਅੱਧੀ ਚੀਜ਼ ਬਿਆਨ ਕਰਕੇ। ਪੂਰੀ ਕਿਵੇਂ ਨਾ ਮਿਰਜ਼ਾ ਸਾਹਿਬ ਦਾ ਅਕੀਦਾ ਸੀ ਨਾ ਸਾਡੇ ਕਿਸੇ ਖਲੀਫਾ ਦਾ। ਮਿਰਜ਼ਾ ਸਾਹਿਬ ਦਾ ਤਾਂ ਤੁਸੀਂ ਇਲਹਾਮ ਹੀ ਕੱਢ ਦਿੱਤਾ ਉਹਦੇ ਵਿੱਚੋਂ। ਉਹ ਇਲਹਾਮ ਕਰ ਦਿੱਤਾ। ਮੈਂ ਉਹ ਖਤੂਤ ਜਿਹੜੇ ਨੇ ਮੈਂ ਦੇਖੇ ਨੇ ਉਹ ਛਪੇ ਪਏ ਨੇ, ਉਹ ਖੱਤ ਜਿਹੜਾ ਮੌਜੂਦ ਨਹੀਂ ਹੈ ਇਸ ਵਕਤ। ਕਿਹੜਾ ਖੱਤ ਮੌਜੂਦ ਨਹੀਂ ਹੈ? ਇਹ ਜਿਹੜਾ ਤੁਸੀਂ ਇਲਹਾਮ ਦੀ ਗੱਲ ਕਰ ਰਹੇ ਹੋ ਉਹ ਮਿਰਜ਼ਾ ਸਾਹਿਬ। ਅੱਛਾ ਮੇਰੀ ਗੱਲ ਸੁਣੋ। ਹਾਂਜੀ ਜੇ ਮੈਂ ਮਿਰਜ਼ਾ ਸਾਹਿਬ ਦੇ ਖਤੂਤ ਦੇ ਉਹਦੇ ਵਿੱਚੋਂ ਉਹਨਾਂ ਖਤੂਤ ਦੇ ਵਿੱਚੋਂ ਜਿਹੜੇ ਖਤੂਤ ਡਾਕਟਰ ਅਬਦੁਲ ਹਕੀਮ ਪਟਿਆਲਵੀ ਨੂੰ ਮਿਰਜ਼ਾ ਸਾਹਿਬ ਲਿਖੇ ਸਨ ਉਹਦੇ ਵਿੱਚੋਂ ਲਫ਼ਜ਼ ਕੱਢ ਕੇ ਵਹਾ ਦੇਵਾਂ ਜਿਹੜਾ ਤੁਸੀਂ ਤਜ਼ਕਰੇ ਚੋਂ ਕੱਢਿਆ ਤੇ ਫੇਰ ਦਿਖਾ ਦਿਓ, ਮੈਂ ਲਿਖ ਦਾਂਗਾ ਉਹਨਾਂ ਨੂੰ। ਤੁਸੀਂ ਮੈਨੂੰ ਦਿਓ, ਮੈਂ ਜ਼ਰੂਰ ਲਿਖਾਂ। ਤੁਸੀਂ ਭੱਟ ਸਾਹਿਬ 1 ਸਾਲ ਪਹਿਲੇ ਇੱਥੇ ਸੈਣੀ ਸਾਹਿਬ ਦੀ ਬਰਾੜ ਤੇ ਵਾਅਦਾ ਕੀਤਾ ਸੀ ਕਿ ਮੈਂ ਪ੍ਰੈਸ ਨਾਲ ਰਿਹਾ ਵਾਂ, ਛਾਪੇਖਾਨੇ 'ਚ ਮੈਂ ਕੰਮ ਕਰਦਾ ਰਿਹਾ ਤੇ ਮੈਂ ਪਤਾ ਕਰਾਂਗਾ। ਸਾਲ ਹੋ ਗਿਆ ਅਜੇ ਤਾਈਂ ਤੁਸੀਂ ਪਤਾ ਨਹੀਂ ਕੀਤਾ। ਹਾਂਜੀ ਮੈਂ ਕਿਹਾ ਨਾ ਨਹੀਂ ਉਦੋਂ ਵੀ ਮੈਂ ਗੱਲ ਕੀਤੀ ਸੀ। ਮੈਂ ਤੁਹਾਡੇ YouTube ਚੈਨਲ ਤੇ ਵੀ ਜਾ ਕੇ ਤੇ ਉਹਨਾਂ ਨੂੰ ਕਿਹਾ ਸੀ ਕਿ ਇਹ ਤਜ਼ਕਰੇ ਦੇ ਵਿੱਚੋਂ ਇਲਹਾਮ ਕਿਉਂ ਕੱਢਿਆ ਮਿਰਜ਼ਾ ਸਾਹਿਬ ਦਾ, ਜਦਕਿ ਮਿਰਜ਼ਾ ਸਾਹਿਬ ਨੇ ਇਸ ਇਲਹਾਮ ਨੂੰ ਖੁਦ ਮੈਂਸ਼ਨ ਕੀਤਾ ਹੈ ਹਕੀਕਤੁਲ ਵਹੀ ਦੇ ਵਿੱਚ। ਮਿਰਜ਼ਾ ਸਾਹਿਬ ਨੇ ਕਿਹਾ ਕਿ ਮੈਨੂੰ ਇੱਕ ਬੰਦੇ ਸਵਾਲ ਲਿਖ ਕੇ ਪੁੱਛਿਆ ਕਿ ਤੁਸੀਂ ਤਰਿਆਕੁਲ ਕਲੂਬ 'ਚ ਤੇ ਕਹਿੰਦੇ ਹੁੰਦੇ ਸੀ ਕਿ ਜਿਹੜਾ ਮੈਨੂੰ ਨਾ ਮੰਨੇ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਤੇ ਹੁਣ ਤੁਸੀਂ ਡਾਕਟਰ ਅਬਦੁਲ ਹਕੀਮ ਪਟਿਆਲਵੀ ਨੂੰ ਕਹਿੰਦੇ ਜਿਹੜਾ ਮੈਨੂੰ ਨਾ ਮੰਨੇ ਉਹ ਮੁਸਲਮਾਨ ਨਹੀਂ। ਮਿਰਜ਼ਾ ਸਾਹਿਬ ਨੇ ਤਾਂ ਨਹੀਂ ਆਖਿਆ, ਮੈਂ ਨਹੀਂ ਇਹ ਗੱਲ ਆਖੀ। ਮਿਰਜ਼ਾ ਸਾਹਿਬ ਤੇ ਜਸਟੀਫਿਕੇਸ਼ਨ ਦਿੱਤੀ ਉੱਥੇ। ਹਾਂਜੀ ਦੇਖੋ ਗੱਲ ਸੁਣੋ ਮੇਰੇ ਕੋਲ, ਉਹ ਖੱਤ ਪੂਰੇ ਦਾ ਪੂਰਾ ਮੌਜੂਦ ਹੈ, ਉਹਦਾ ਹਵਾਲਾ ਮੌਜੂਦ ਹੈ ਮਿਰਜ਼ਾ ਸਾਹਿਬ ਦੀ ਕਿਤਾਬਾਂ 'ਚ। ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ। ਖੱਤ ਮੌਜੂਦ ਨਹੀਂ ਹੈ। ਜਦੋਂ ਖੱਤ ਦਵੋਗੇ ਮੁਕੰਮਲ ਮਤਨ ਫਿਰ ਗੱਲ ਦੀ ਲੋੜ ਹੀ ਨਹੀਂ ਨਾ। ਦੂਸਰੀ ਗੱਲ ਮੈਂ ਤੁਹਾਨੂੰ ਦੱਸਣਾ, ਮੈਂ ਤੁਹਾਨੂੰ ਦੱਸਣਾ ਨਾ ਦੂਸਰੀ ਗੱਲ, ਇੱਕ ਨਬੀ ਉਸ ਬੰਦੇ ਤੇ ਜਿਹਦੇ ਤੇ ਤਮਾਮੇ ਹੁਜਤ ਹੋ ਗਈ ਹੈ ਉਹਨੂੰ ਕਹਿ ਰਿਹਾ ਕਿ ਅਗਰ ਤੂੰ ਮੈਨੂੰ ਨਹੀਂ ਮੰਨਦਾ ਤੂੰ ਮੁਸਲਮਾਨ ਨਹੀਂ ਰਹੇਗਾ। ਇਹ ਹੋਰ ਚੀਜ਼ ਹੈ। ਇੱਕ ਫਤਵਾ ਆਮ ਲਾਣਾ ਕਿ ਜਿਹੜਾ ਮੈਨੂੰ ਨਹੀਂ ਮੰਨਦਾ ਉਹ ਆਪਣਾ ਦਾਇਰਾ ਇਸਲਾਮ ਤੋਂ ਖਾਰਜ ਹੈ, ਹੋਰ ਗੱਲ ਹੈ। ਕਿਉਂਕਿ ਜਿਹੜੇ ਬੈਤ ਸ਼ਰਾਇਤ ਬੈਤ ਨੇ ਉਹਨਾਂ 'ਚ ਲਿਖਿਆ ਹੈ ਕਿ ਦੂਸਰੇ ਮੁਸਲਮਾਨਾਂ ਨਾਲ ਮੈਂ ਸਿਲਾ ਰਹਿਮ ਨਾਲ ਪੇਸ਼ ਆਵਾਂਗਾ। ਲਿਖਿਆ ਕਿ ਨਹੀਂ ਲਿਖਿਆ ਮਿਰਜ਼ਾ ਸਾਹਿਬ ਨੇ? WhatsApp ਟੁਰ ਪਏ ਜੇ ਤਮਾਮੇ ਜਤਨ ਲੱਗੇ ਜੇ ਮੈਨੂੰ ਕਾਫਰ ਕਰਾਰ ਦੇਣ ਤਗੜੇ ਹੋ ਜਾਓ। ਦੇਖੋ ਇੱਕ ਨਬੀ ਨੂੰ ਅੱਲਾਹ ਤਾਲਾ ਰਹਿਨਮਾਈ ਕਰ ਰਿਹਾ ਹੁੰਦਾ। ਇੱਕ ਨਬੀ ਨੇ ਇੱਕ ਐਸੇ ਬੰਦੇ ਨੂੰ ਕਿਹਾ ਜਿਹੜਾ ਮੰਨ ਕੇ ਇਨਕਾਰ ਕਰ ਚੁੱਕੇ, ਤਮਾਮੇ ਉਜਤ ਹੋ ਚੁੱਕੀ, ਉਹਨੇ ਕਿਹਾ ਹੈ ਕਿ ਤੂੰ ਮੁਸਲਮਾਨ ਨਹੀਂ ਰਿਹਾ, ਉਹ ਹੋਰ ਗੱਲ ਹੈ। ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਲੋਕਾਂ ਨੂੰ ਕਿਹਾ ਕਿ ਤੁਸੀਂ ਮੁਸਲਮਾਨ, ਅਗਰ ਤੁਸੀਂ ਕਿਸੇ ਕਲਮਾ ਗੋ ਨੂੰ ਕਾਫਰ ਕਹਿੰਦੇ ਤੁਸੀਂ ਕਾਫਰ ਨਹੀਂ ਆ। ਮਿਰਜ਼ਾ ਸਾਹਿਬ ਨੇ ਇਹ ਵੀ ਕਿਹਾ। ਮੈਨੂੰ ਮੇਰਾ ਜਵਾਬ ਦੇਣ ਦਿਓ, ਮੈਂ ਵੇਖਣਾ ਮੇਰਾ ਜਵਾਬ ਦੇਣ ਦਿਓ ਮੈਨੂੰ। ਮਿਰਜ਼ਾ ਸਾਹਿਬ ਨੇ ਕਿਹਾ ਹੈ ਮੌਲਵੀਆਂ ਨੂੰ, ਤੁਹਾਨੂੰ ਪਤਾ ਇਸ ਚੀਜ਼ ਦਾ, ਉਹਨਾਂ ਨੇ ਕਿਹਾ ਜੀ ਮੇਰਾ ਇਖਤਿਆਰ ਨਹੀਂ ਹੈ ਕਿ ਮੈਂ ਤੁਹਾਨੂੰ ਕਾਫਰ ਕਰਾਰ ਦੇਵਾਂ,
ਜਿਹੜਾ ਤੁਸੀਂ ਮੈਨੂੰ ਦੇ ਰਹੇ ਹੋ ਜੋ ਕੁਝ ਹੈ ਮੈਨੂੰ ਪਤਾ, ਉਹ ਛੱਡ ਦੋ, ਛੱਡ ਦੋ ਯਾਰ। ਹੁਣ ਗੱਲ ਤੇ ਸੁਣੋ ਨਾ, ਮੈਂ ਵੇਖਣਾ ਵਾਲਾ, ਗੱਲ ਸੁਣੋ। ਮਿਰਜ਼ਾ ਸਾਹਿਬ ਨੇ ਤੁਹਾਡੇ ਮੌਲਵੀਆਂ ਨੂੰ ਕਿਹਾ ਹੈ ਕਿ ਮੇਰਾ ਇਖਤਿਆਰ ਨਹੀਂ ਹੈ ਕਿ ਮੈਂ ਤੁਹਾਨੂੰ ਇਸਲਾਮ ਚੋਂ ਬਾਹਰ ਕੱਢਾਂ। ਹਾਂ, ਅਲਬત્ਤਾ ਸ਼ਰੀ ਨਬੀ ਦਾ ਇਖਤਿਆਰ, ਔਰ ਸ਼ਰੀ ਨਬੀ ਦੀ ਹਦੀਸ ਸ਼ਰੀਅਤ ਨੇ ਕੱਟਦੇ ਨਾ, ਸ਼ਰੀਅਤ ਨੇ ਕੱਟਦੇ ਮੌਲਵੀ। ਯਾਰ ਹੁਣ ਗੱਲ ਤੇ ਸੁਣਨ ਦਿਓ, ਗੱਲ ਕਰਨ ਦਿਓ ਨਾ, ਤੁਸੀਂ ਕਰਿਓ ਗੱਲ। ਸ਼ਰੀ ਨਬੀ ਦੀ ਹਦੀਸ ਹੈ ਵੇ ਕਿ ਜਿਹੜਾ ਕਲਮਾ ਗੋ ਨੂੰ ਕਾਫਰ ਕਵੇ ਉਹ ਖੁਦ ਇਸਲਾਮ ਚੋਂ ਬਾਹਰ ਹੋ ਜਾਂਦਾ ਹੈ। ਉਹ ਸ਼ਰੀ ਨਬੀ ਦਾ ਕਿੱਥੇ ਲਿਖਿਆ ਹੈ? ਇਹ ਕਿੱਥੇ ਲਿਖਿਆ ਹੈ? ਮਿਰਜ਼ਾ ਸਾਹਿਬ ਨੇ ਲਿਖਿਆ ਦਾ ਹਵਾਲਾ ਮੈਂ ਤੁਹਾਨੂੰ ਦੇ ਦਿਆਂਗਾ। ਕੀ ਲਿਖਿਆ ਹੈ? ਮਿਰਜ਼ਾ ਸਾਹਿਬ ਨੇ ਕਿਹਾ ਕਿ ਮੇਰਾ ਇਖਤਿਆਰ ਨਹੀਂ ਹੈ ਕਿ ਮੈਂ ਤੁਹਾਨੂੰ ਕਾਫਰ ਕਰਾਰ ਦਵਾਂ। ਕਲਮਾ ਗੋ ਨੂੰ ਕਾਫਰ ਕਰਾਰ ਦੇਣ ਨਾਲ ਬੰਦਾ ਆਪ ਕਾਫਰ ਹੋ ਜਾਂਦਾ, ਕਿੱਥੇ ਲਿਖਿਆ ਹੈ? ਨਹੀਂ, ਮੇਰੀ ਗੱਲ ਸੁਣੋ ਨਾ। ਹਾਂ, ਇਹ ਉਹਨਾਂ ਨੇ ਹਦੀਸ ਪੇਸ਼ ਕੀਤੀ, ਮੌਲਵੀਆਂ ਨੇ ਪੇਸ਼ ਕੀਤੀ ਹੈ। ਅਲਬત્ਤਾ ਮੈਂ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਫਤਵਾ, ਕਿਉਂਕਿ ਸ਼ਰੀ ਨਬੀ ਨੇ, ਉਹਨਾਂ ਦਾ ਫਤਵਾ ਤੁਹਾਡੀ ਤਰਫ ਵਾਪਸ ਲਟਾ ਦੇਣਾ। ਭੱਟ ਸਾਹਿਬ, ਇਹ ਹੁਣ ਤੁਸੀਂ ਕਿਹਾ ਕਿ ਕਲਮਾ ਗੋ ਨੂੰ ਕਾਫਰ ਕਰਾਰ ਦੇਣਾ ਬੰਦਾ ਆਪ ਕਾਫਰ ਹੋ ਜਾਂਦਾ ਹੈ। ਹਾਂਜੀ, ਮੈਂ ਕਿਹਾ। ਇਹ ਕਿੱਥੇ ਲਿਖੀ ਗੱਲ? ਮੈਂ ਤੁਹਾਨੂੰ ਮਿਰਜ਼ਾ ਦਾ ਹਵਾਲਾ ਪੇਸ਼ ਕਰ ਦਿਆਂਗਾ। ਮਿਰਜ਼ਾ ਸਾਹਿਬ ਨੇ ਗੱਲ ਕਹੀ ਹੈ। ਮਿਰਜ਼ਾ ਦੇਖੋ, ਮੈਂ ਦੁਬਾਰਾ ਕਹਿ ਰਿਹਾ ਕਰਨਾ ਹਦੀਸ ਕਿਸੇ ਹਦੀਸ ਕੁਰਾਨ ਚ ਆਉਂਦਾ ਹੈ। मेरी गल सुनो ना, मैं तुम दसना वा। अच्छा, ऐ सुन लो। ऐसा शख्स जो मूसा अलैहिस्सलाम को तो मानता है मगर ईसा अलैहिस्सलाम को नहीं मानता, या ईसा अलैहिस्सलाम को मानता है मगर मोहम्मद सल्लल्लाहु अलैहि वसल्लम को नहीं मानता, और या मोहम्मद सल्लल्लाहु अलैहि वसल्लम को मानता है पर मसीह मऊद को नहीं मानता, वो ना सिर्फ काफर बल्कि पक्का काफर और दायरा इस्लाम से खारिज है। ਤੁਸੀਂ ਕਹਿੰਦੇ ਹੋ ਜੀ ਅਸੀਂ ਇਹਨਾਂ ਨੂੰ ਮੁਸਲਮਾਨ ਕਰਾਰ ਦੇ ਕੇ ਤੇ ਕੋਈ ਉਹਦੀ ਪੇਸ਼ਗੋਈ ਪੂਰੀ ਨਹੀਂ ਕੀਤੀ ਹੈ। ਤੁਸੀਂ ਤੇ ਪੇਸ਼ਗੋਈ ਪੂਰੀ ਕਰਤੀ ਹੈ ਤੇ ਜੀ ਇਹ ਤੁਸੀਂ ਪੜ੍ਹ ਰਹੇ ਹੋ। ਦੇਖੋ, ਗੱਲ ਤੁਸੀਂ ਕੀਤੀ ਸੀ ਮਿਰਜ਼ਾ ਸਾਹਿਬ ਦੀ, ਚਲੇ ਤੁਸੀਂ ਗਏ ਹੋ ਕਲਮਤੁਲ ਫਸਲ ਚ। ਇਹ ਜੇ ਬੇਈਮਾਨੀ, ਇਹਦੇ ਚ ਲੋਕਾਂ ਨੂੰ ਸਮਝ ਹੀ ਨਾ ਆਏ ਕਿ ਗੱਲ ਕਿੱਥੋਂ ਸ਼ੁਰੂ ਹੋਈ ਸੀ ਤੇ ਕਿੱਥੇ ਖਤਮ ਹੋਣੀ। ਇਹਦੇ ਚ ਬੇਈਮਾਨੀ ਵਾਲੀ ਕਿਹੜੀ ਗੱਲ ਮੈਂ ਕੀਤੀ ਹੈ? ਇਹਦੇ ਚ ਬੇਈਮਾਨੀ ਹੈ ਵੇ, ਤੁਸੀਂ ਪਹਿਲਾਂ ਮਿਰਜ਼ਾ ਸਾਹਿਬ ਦੀ ਗੱਲ ਕੀਤੀ ਸੀ, ਹੁਣ ਮੈਂ ਮਿਰਜ਼ਾ ਸਾਹਿਬ ਦੀ ਜ਼ੇਨ ਚ ਰੱਖ ਕੇ ਤੁਹਾਨੂੰ ਦਲਾਇਲ ਦੇ ਰਿਹਾ। ਤੁਸੀਂ ਚਲੇ ਕਲਮਤੁਲ ਫਸਲ, ਮਿਰਜ਼ਾ ਸਾਹਿਬ ਦਾ ਲੰਬਾ ਮਜ਼ਮੂਨ ਹੈ। ਹੁਣ ਮੈਂ ਤੁਹਾਨੂੰ ਦੱਸਣਾ, ਹੈਲੋ ਮਿਰਜ਼ਾ ਸਾਹਿਬ ਦੀ ਖੋਲ ਲੈਣ। ਚੁੱਪ ਕਰੋ। ਇਹ ਮਿਰਜ਼ਾ ਸਾਹਿਬ ਦੀ ਕਿਤਾਬ ਹੈ। ਅੱਛਾ, ਖਲੋ ਤੇ ਜਾਓ ਨਾ। ਮਿਰਜ਼ਾ ਸਾਹਿਬ ਦੀ ਕਿਤਾਬ ਤੇ ਖੋਲਣ ਦਿਓ ਨਾ। ਇਹ ਮਿਰਜ਼ਾ ਸਾਹਿਬ ਦੀ ਕਿਤਾਬ ਖੁੱਲ ਗਈ। ਅਦਬ ਨਾਲ ਗੁਫ਼ਤਗੂ ਕਰਨੇ ਵਾਲੀ ਅਹਿਮਦ ਸਾਹਿਬ, ਬਲੈਕਮੇਲ ਨਾ ਕਰੋ। ਅੱਲਾ ਦੀ ਕਸਮ, ਅਸੀਂ ਮੈਂ ਤੇ ਭੱਟ ਸਾਹਿਬ ਤੋਂ ਅਸੀਂ ਲੜਦੇ ਹੀ ਨਹੀਂ ਹੈ। ਅਸੀਂ ਅਦਬ ਨਾਲ ਗੱਲ ਕਰਨੇ ਆ। ਇਹ ਵੱਡੀ ਕਰਿਓ ਸਕਰੀਨ ਮੇਰੀ। ਰੂਹਾਨੀ ਖਜ਼ਾਇਨ ਜਿਲਦ 22 ਹੈ। ਮਿਰਜ਼ਾ ਸਾਹਿਬ ਦੀ ਹੈ ਕਿ ਉਹਨਾਂ ਦੇ ਬੇਟੇ ਦੀ ਹੈ? ਚਲੋ ਪੜੋ ਨਹੀਂ ਉਹਨਾਂ ਦੀ, ਮਿਰਜ਼ਾ ਸਾਹਿਬ ਦੀ ਪੜੋ। हजूर हाली ने हजारों जगह तहरीर फरमाया है कि कलमा गो रहले किबला को काफिर कहना किसी तरह सही नहीं। इससे साफ जाहिर है कि अलावा उन मोमिनों के जो आपको काफिर कहकर खुद काफिर बन जाएं, सिर्फ आपके ना मानने से कोई काफिर नहीं हो सकता। लेकिन अब्दुल हकीम पटियालवी को आप कहते हैं कि हर एक शख्स जिसको मेरी दावत पहुंची है और उसने मुझे कबूल नहीं किया वो मुसलमान नहीं है। ठीक है, आगे पढ़ो। जवाब भी दियो ना ना। इस बयान और पहले बयानों में तजाद है, तनाकस है, ते तनाकस दूर करके वहां तरियाकुल कलूब च जेड़ा तुसां आख्या है कि भाई मेरे नाम मनन नाल कोई काफिर नहीं हुंदा, ਇਹਦਾ ਜਵਾਬ ਹੈ। ਇਹਦੇ ਜਵਾਬ ਚ ਮਿਰਜ਼ਾ ਸਾਹਿਬ ਨੇ ਜਸਟੀਫਿਕੇਸ਼ਨ ਦਿੱਤੀ ਹੈ। ਮੇਰਾ ਨਾਮ ਮੰਨਣਾ, ਮੇਰਾ ਇਨਕਾਰ ਕਰਨਾ, ਖੁਦਾ ਤੇ ਖੁਦਾ ਦੇ ਰਸੂਲ ਦਾ ਇਨਕਾਰ ਕਰਨਾ ਹੈ। ਜੀ ਮੁਕੰਮਲ ਜਵਾਬ ਪੜੋ ਨਾ ਉਹਨਾਂ ਦਾ। ਹੁਣ ਫਿਰ ਪੂਰਾ ਇਹ ਤੇ ਕੋਈ ਦੋ ਸਫ਼ਿਆਂ ਦਾ ਜਵਾਬ ਹੈ, ਕਿਤਾਬ ਪੂਰੀ ਖੋਲਣੀ ਪੈਣੀ ਨਾ। ਦੇਖੋ, ਉਹਦੇ ਚ ਜਿਹੜੀ ਗੱਲ ਉਹਨਾਂ ਨੇ ਕੀਤੀ ਹੈ, ਮੈਨੂੰ ਪਤਾ ਜਿਹੜੀ ਗੱਲ ਕੀਤੀ, ਤੁਸੀਂ ਜਵਾਬ ਪੂਰਾ ਪੜੋ। 2 ਸਫ਼ੇ ਦਾ ਜਵਾਬ ਨਹੀਂ ਹੈਗਾ, 2 ਸਫ਼ੇ ਦਾ ਜਵਾਬ ਹੈ। ਅੱਛਾ ਚਲੋ 2 ਸਫ਼ੇ ਦਾ ਜਵਾਬ ਹੈ, ਚਲੋ 2 ਸਫ਼ੇ ਪੜ੍ਹ ਦਿਓ ਤੁਸੀਂ। ਉਹਨਾਂ ਨੇ ਦੇਖੋ ਮੇਰੀ ਗੱਲ ਸੁਣੋ, ਜਿੱਥੋਂ ਦੇ ਹੈਗਾ ਕਿ 2 ਸਫ਼ੇ ਪੜ੍ਹ ਲੈਣੇ। ਹਾਂਜੀ, ਐਡਾ ਤੁਹਾਨੂੰ ਮਤਲਬ ਇਹ ਮਸਲਾ ਤੇ ਇਹ ਬਣਿਆ ਹੈ ਆਪਣਾ ਕੀ ਨਾਮ ਭੱਟ ਸਾਹਿਬ, ਪੇਸ਼ਗੋਈ ਹੋ ਗਈ ਪੂਰੀ ਉਹਦੀ ਡਾਕਟਰ ਅਬਦੁਲ ਹਕੀਮ ਪਟਿਆਲਵੀ ਦੀ, ਤੇ ਜਦੋਂ ਪੇਸ਼ਗੋਈ ਪੂਰੀ ਹੋ ਜਾਏ ਤੇ ਮੰਨ ਲਈ ਤਾਂ ਖੁਦਾ ਦੀ ਤਰਫੋਂ। ਦੇਖੋ ਤੁਸੀਂ ਮਿਰਜ਼ਾ ਸਾਹਿਬ ਦੇ ਤਹਿਰੀਰ ਤੁਸੀਂ ਜਾਂ ਤੇ ਮਤਲਬ ਇਹ ਪੇਸ਼ਗੋਈ ਕਿਸੇ ਹੋਰ ਦੀ ਪੂਰੀ ਹੋਵੇ ਤੇ ਤੁਸੀਂ ਆਂਦੇ ਹੋ ਖੁਦਾ ਦੀ ਤਰਫੋਂ ਨਹੀਂ, ਤੇ ਤੁਹਾਡੇ ਵੱਧ ਪੂਰੀ ਹੋ ਜਾਏ ਤੁਸੀਂ ਆਂਦੇ ਹੋ ਖੁਦਾ ਦੀ ਤਰਫੋਂ ਹੈ। ਕਿਉਂਕਿ ਇੱਕ ਇਨਸਾਨ ਕਹਿੰਦਾ ਹੈ ਕਿ ਮੈਂ ਅੱਲਾਹ ਦੀ ਤਰਫੋਂ ਨਬੀ ਰਸੂਲ ਬਣਾ ਕੇ ਭੇਜਾਂਗਾ, ਉਹਦੇ ਸਬੂਤ ਪੇਸ਼ ਕਰਦਾ ਹੈ। ਉਹਦੀ ਪੇਸ਼ਗੋਈ ਲਾਜ਼ਮੀ ਤੌਰ ਤੇ ਖੁਦਾ ਦੀ ਤਰਫੋਂ ਹੈ। ਭੱਟ ਸਾਹਿਬ ਜੀ ਇਲਹਾਮ ਦਾ ਹੀ ਦਾਵਾ ਮਿਰਜ਼ਾ ਸਾਹਿਬ ਦਾ ਹੈ ਤੇ ਇਲਹਾਮ ਦਾ ਹੀ ਦਾਵਾ ਡਾਕਟਰ ਅਬਦੁਲ ਹਕੀਮ ਪਟਿਆਲਵੀ ਦਾ ਹੈ। ਦੇਖੋ, ਅਗਰ ਤੁਸੀਂ ਇੰਜ ਕਹੋਗੇ ਤੇ ਇਲਹਾਮ ਦਾ ਹੀ ਦਾਵਾ ਹਜ਼ਰਤ ਈਸਾ ਦਾ, ਇਲਹਾਮ ਦਾ ਦਾਵਾ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦਾ, ਇਲਹਾਮ ਦਾ ਦਾਵਾ ਹਜ਼ਰਤ ਮੂਸਾ ਦਾ, ਤੇ ਤੁਸੀਂ ਇਹ ਸਮਝਦੇ ਹੋ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨਾਉਜ਼ ਬਿल्ला ਔਰ ਬਟਾਲਵੀ ਜੋ ਬਰਾਬਰ ਨੇ। ਇਹ ਕਹਿ ਰਹੇ ਹੋ ਨਾ ਤੁਸੀਂ, ਦਲੀਲ ਤਾਂ ਇਹੀ ਦੇ ਰਹੇ ਹੋ। ਇਲਹਾਮ ਦੇ ਲਿਹਾਜ਼ ਤੇ ਦੋ ਇਲਹਾਮ ਤੇ ਪੇਸ਼ ਕਰਦੇ ਨੇ ਨਾ, ਦੋਏ ਕਹਿੰਦੇ ਨੇ ਸਾਨੂੰ ਅੱਲਾਹ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੇ ਕੀ ਪੇਸ਼ ਕੀਤਾ? ਇਲਹਾਮ ਨਹੀਂ ਪੇਸ਼ ਕੀਤਾ, ਕੁਝ ਹੋਰ ਪੇਸ਼ ਕੀਤਾ ਸੀ ਉਹਨਾਂ ਨੇ। ਕਿੰਨੇ?
ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਕੀ ਪੇਸ਼ ਕੀਤਾ ਸੀ? ਨਹੀਂ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਨਹੀਂ ਅਸੀਂ ਗੱਲ ਪੇ ਕਰਦੇ। ਮਿਰਜ਼ਾ ਸਾਹਿਬ ਤੇ ਡਾਕਟਰ ਅਬਦੁਲ ਹਕੀਮ ਪਟਿਆਲवी ਜਿਹੜਾ ਤੁਸੀਂ ਅਸੂਲ ਬਣਾਓਗੇ ਜਾਂ ਤਾਂ ਅਸੂਲ सारे ਤੇ आएगा। सुन लो जवाब, किताब में खोल ली, सुन लो जवाब। ये अजीब बात है कि आप काफिर कहने वाले और नाम मानने वाले को दो किस्म के इंसान ठहराते हैं, हालांकि खुदा के नजदीक एक ही किस्म है। एलो जी, पहली चोरी तो पहले ही फा। अच्छा वो जवाब पूरा पढ़ो ना यार, एक लाइन पढ़ के सुन लो वजह मिर्जा साहब दसी। क्योंकि जो शख्स मुझे नहीं मानता वो इसी वजह से नहीं मानता कि वो मुझे मुफ्ती करार देता है, मगर अल्लाह ताला फरमाता है खुदा पर इफ्तरा करने वाला सब काफिरों से बढ़कर काफिर है। जैसा कि फरमाता है फमन अज़लम मिम्मन इफ्तरा अलल्लाहि काज़िबन औ कज़्ज़ब बिआयातिही, यानी बड़े काफिर दो ही हैं, एक खुदा पर इफ्तरा करने वाला, दूसरा खुदा के कलाम की तकज़ीब करने वाला। पास जबकि मैंने एक मुकज़्ज़ब के नज़दीक ए जी असल गल मुकज़्ज़ब, हाँ हाँ मुकज़्ज़ब ही, हाँ जी ए असल गल ਜਿਹੜਾ ਹੁਣ ਤੁਸੀਂ ਪੜਿਆ भाई हर बंदा ਜਿਹੜਾ मिर्जा साहब ਨੂੰ नहीं ਮੰਨਦਾ मिर्जा साहब ਦਾ मुकज़्ज़ब ही है ना। ਉਹ ਹਰ ਕੋਈ ਬਟਾਲਵੀ ਹੈ, ਉਹ ਬੰਦਾ ਹੈ ਅਬਦੁਲ ਹਕੀਮ ਹੈ ਹਰ ਕੋਈ। ਉਹਨਾਂ ਨੇ ਜਵਾਬ ਦਿੱਤਾ ਅਬਦੁਲ ਹਕੀਮ ਨੂੰ ਉਹਦੀ ਸ਼ਖਸੀਅਤ ਦੇ ਸਾਹਮਣੇ ਰੱਖ ਕੇ, ਨਾ ਕਿ ਫਤਵਾ ਡਾਕਟਰ ਅਬਦੁਲ ਹਕੀਮ ਪਟਿਆਲੀ ਵਾਤੇ ਹੋ ਰਹੇ ਤੇ ਦੂਜਿਆਂ ਵਾਤੇ ਹੋ ਰਹੇ। ਬਿਲਕੁਲ ਹੋ ਰਿਹਾ। ਜਿਹਦੇ ਤੇ ਤਮਾਮੇ ਹੁਜਤ ਹੋ ਗਈ ਉਹਦੇ ਤੇ ਕੁਰਾਨ ਦਾ ਹੋਰ ਫਤਵਾ ਹੈ, ਉਹ ਮੁਸਲਮਾਨ ਨਹੀਂ ਰਹਿੰਦਾ, ਉਹ ਵੀ ਕਾਫਰ ਵਾਲੀ ਫਤਵਾ ਹੋ ਰਿਹਾ। ਮੇਰੀ ਗੱਲ ਯਾਰ ਛੱਡੋ ਜੀ ਆਮਨਦੀਪ ਡਾਕਟਰ ਸਾਹਿਬ, ਮੇਰੇ ਤੇ ਤਮਾਮੇ ਹੁਜਤ ਹੋ ਗਈ ਹੈ, ਮੈਂ ਤਾਂ ਮੁਸਲਮਾਨ ਨਹੀਂ ਨਾ ਹੋਣਾ। ਦੇਖੋ ਤੁਸੀਂ ਮੁਸਲਮਾਨ ਹੋ ਕੇ ਨਹੀਂ, ਅਸੀਂ ਤੁਹਾਨੂੰ ਗੈਰ ਮੁਸਲਿਮ ਨਹੀਂ ਕਹਿੰਦੇ, ਤੁਸੀਂ ਕਲਮਾ ਪੜ੍ਹਦੇ ਤੇ ਮੁਸਲਮਾਨ ਹੋ। ਡਾਕਟਰ ਅਬਦੁਲ ਹਕੀਮ ਪਟਿਆਲਵੀ ਦੀ ਪੇਸ਼ਗੋਈ ਪੂਰੀ ਪੇ ਕਰ ਦਿਓ, ਕਰੀ ਚਲੋ, ਇਹ ਸੱਚੀ ਹੋ ਗਈ ਪੇਸ਼ਗੋਈ ਦੀ। ਹਾਂਜੀ ਕੀ ਅਸੀਂ ਤੁਹਾਨੂੰ ਗੈਰ ਮੁਸਲਿਮ ਕਦੀ ਕਿਹਾ ਹੀ ਨਹੀਂ, ਅਸੀਂ ਤੁਹਾਨੂੰ ਗੈਰ ਮੁਸਲਿਮ ਕਦੀ ਕਿਹਾ ਹੀ ਨਹੀਂ। ਹੁਣ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਕਾਫਰ ਪੱਕਾ ਕਾਫਰ ਗੱਲ ਹੋ ਰਹੀ ਹੈ। ਅਗਰ ਅਬੂ ਜਹਲ ਦੀ ਗੱਲ ਹੋਏਗੀ ਤੁਸੀਂ ਸਾਰੇ ਕਾਫਰਾਂ ਦੇ ਪੂਰੀ ਪਾ ਦਿਓਗੇ ਗੱਲ। ਤੁਸੀਂ ਭੱਟ ਸਾਹਿਬ ਹੈ, ਹੁਣ ਮੈਂ ਤੁਹਾਨੂੰ ਦੱਸਿਆ ਤੁਸੀਂ ਅਗਰ ਉਹ ਬੰਦੇ ਦੀ ਗੱਲ ਹੋਏਗੀ ਜਿਹਨੇ ਨਬੀ ਕਿਸੇ ਨੂੰ ਗਾਲੀ ਕੱਢੀ ਕੁਰਾਨ ਚੋਂ ਦਰਜ ਹੈ, ਤੁਸੀਂ ਸਾਰੇ ਉਹਨਾਂ ਦੇ ਮੁਨਕਰਾਂ ਤੇ ਗਾਲੀਆਂ ਪਾ ਦਿਓਗੇ ਨੌਜ਼ ਬਿੱਲਾ। ਇੱਕ ਮੁਕੱਦਸ ਜਿਨ੍ਹਾਂ ਨੇ ਮੈਂ ਤਾਂ ਕਹਿਣਾ ਤੁਸੀਂ ਸਾਨੂੰ ਕਾਫਰ ਕਹਿੰਦੇ ਰਹੇ ਕਿ ਨਹੀਂ ਕਹਿੰਦੇ ਰਹੇ ਪਹਿਲਾਂ? ਯਾਰ ਕਾਫਰ ਤੇ ਮੁਸਲਮਾਨਾਂ ਨੂੰ ਕੁਰਾਨ ਵੀ ਕਹਿੰਦਾ, ਫਿਰ ਕੀ ਕਰੀਏ? ਮੁਸਲਮਾਨਾਂ ਨੂੰ ਕਾਫਰ ਕਹਿੰਦਾ ਕੁਰਾਨ? ਹਾਂ ਕੁਰਾਨ ਕਹਿੰਦਾ ਮੁਸਲਮਾਨਾਂ ਨੂੰ, ਉਹ ਤਗੂਤ ਦੇ ਕਾਫਰ ਕਹਿੰਦਾ ਨਾ। ਨਹੀਂ 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 ਤੁਹਾਨੂੰ ਕੁਰਾਨ, ਤੁਹਾਨੂੰ ਕਾਫਰ ਦਾ ਪਤਾ ਹੀ ਨਹੀਂ ਕਿ ਕੁਰਾਨ ਨੇ ਕਿਸ ਤਰ੍ਹਾਂ ਇਸਤੇਮਾਲ ਕੀਤਾ। ਦੱਸੋ ਸੂਰਾ ਤੌਬਾ 'ਚ ਦੇਖੋ, ਉਹ ਲੋਕ ਜਿਹੜੇ ਬਹਾਨੇ ਬਣਾਉਂਦੇ ਸਨ ਔਰ ਨਹੀਂ ਸਨ ਜਾਂਦੇ ਜੰਗਾਂ ਵਾਸਤੇ, ਅੱਲਾਹ ਤਾਲਾ ਫਰਮਾਂਦਾ ਹੈ ਕਿ ਤੁਮਨੇ ਕੁਫਰ ਇਖਤਿਆਰ ਕੀਤਾ। ਜਿਹੜਾ ਕੁਫਰ ਕਰਿਓ ਕੀ ਹੁੰਦਾ? ਪੜੋ ਜਾ ਕੇ ਸੂਰਾ ਤੌਬਾ, ਤੁਹਾਨੂੰ ਪਤਾ ਹੀ ਨਹੀਂ। ਅੱਛਾ ਜਿਹੜੇ ਜਿਨ੍ਹਾਂ ਕੁਫਰ ਇਖਤਿਆਰ ਕੀਤਾ ਉਹ ਫਿਰ ਮੁਸਲਮਾਨ ਨਾ ਰਹੇ। ਯਾਰ ਅੱਲਾਹ ਤਾਲਾ ਨੇ ਉਹਨਾਂ ਨੂੰ ਨਹੀਂ ਕਿਹਾ ਕਿ ਤੁਸੀਂ ਮੁਸਲਮਾਨ ਨਹੀਂ ਹੋ। ਓਕੇ ਹੋ ਗਿਆ, ਲੇਕਿਨ ਮਿਰਜ਼ਾ ਸਾਹਿਬ ਤੇ ਸਾਨੂੰ ਆਖਿਆ ਕਿ ਮੁਸਲਮਾਨ ਨਹੀਂ ਹੈਗੇ ਤੁਸੀਂ। ਦੇਖੋ ਤੁਹਾਡਾ ਕਾਫਰ ਦਾ ਮਸਲਾ ਹੱਲ ਹੋ ਗਿਆ ਨਾ, ਨਹੀਂ ਕਿਹਾ ਕਿ ਤੁਸੀਂ ਮੁਸਲਮਾਨ ਨਹੀਂ ਹੋ, ਨਹੀਂ ਕਿਹਾ ਕਿ ਮੁਸਲਮਾਨ ਨਹੀਂ ਹੋ। ਇਹ ਹੁਣ ਤੁਹਾਡੇ ਸਾਹਮਣੇ ਮੈਂ ਸਬੂਤ ਦਿੱਤਾ ਹੈ ਕਿ ਕਤਲ ਵਈ। ਹਾਂ ਉਹ ਇੱਕ ਕਜ਼ਾਬ ਦੇ ਬਾਰੇ ਚ ਖਸੂਸੀ ਬੰਦਾ ਸੀ, ਜਿਸ ਬਾਰੇ ਗੱਲ ਹੋ ਰਹੀ ਸੀ। ਕਜ਼ਾਬ ਦੇ ਬਾਰੇ ਨਹੀਂ ਹੈ, ਉਹ ਕਜ਼ਾਬ ਦੇ ਬਾਰੇ ਨਹੀਂ ਹੈ। ਉਹਨਾਂ ਕਿਹਾ ਇੱਕ ਕਾਫਰ ਇੱਕ ਜੋ ਤਕਜ਼ੀਬ ਕਰਤਾ ਹੈ। ਤੁਸੀਂ सुनो भट्ट साहब कहते ने कि मिर्जा साहब आप डॉक्टर अब्दुल हकीम पटियालवी को खत में लिखते हैं कि हर एक शख्स, पटियालवी नहीं सिर्फ, हर एक शख्स अली वाला भी जेड़ा जेड़ा थल्ले बैठे होने थे मुसलमान थे, हुसैनी साहब भी, मैं भी, हर एक शख्स। सॉरी मैं इंटरप्ट करना पे, ये भट्ट साहब भी लेके आए ने, इन्हां दी जमात दे अक्सर बंदे जेड़े ने सानू काफर ही कहंदे ने। ਆਹੋ ਤੇ ਇੱਥੇ ਕਾਫਰ ਤੁਸੀਂ ਕਹਿੰਦੇ ਆ ਨਾ, ਕਾਫਰ ਤੋਂ ਤਾਂ ਇਨਕਾਰ ਨਹੀਂ ਕੀਤਾ ਕਰਦੇ ਅਸੀਂ, ਕਦੋਂ ਅਸੀਂ ਕਹਿੰਦੇ ਕਿ ਕਾਫਰ ਤੋਂ ਇਨਕਾਰ। ਫਿਰ ਇਹਦਾ ਮਤਲਬ ਡਾਕਟਰ ਅਬਦੁਲ ਹਕੀਮ ਪਟਿਆਲवी ਦੀ ਪੇਸ਼ਗੋਈ ਝੂਠੀ ਹੈ ਕਿ ਸੱਚੀ ਹੈ? यार अच्छा आपके तो सारे बंदे हमें मुसलमान कहते हैं ना। हाँ जी, नबी की फरमाया है कि सुन लो भट्ट साहब, वो कहते हैं कि हर एक शख्स जिसको मेरी दावत पहुंची है, अगर उसने मुझे कबूल नहीं किया वो मुसलमान नहीं है, नहीं है, नहीं है। हाँ तो बिल्कुल ठीक है ना, हर एक शख्स जिन्हों दावत, हाँ जी जिन्हों दावत पहुंची, जरा समझ गया है और अगर वो फिर कबूल नहीं करता तो एक नबी दा फतवा को मुसलमान नहीं है। और अल्लाह भी कहता, हाँ जी मेरा कहना ए हुन ते तुसी कहंदे हो मुसलमान, ਅਸੀਂ ਤੁਹਾਨੂੰ ਕਹਿਣਾ ਹੀ ਕਹਿਣਾ ਮੁਸਲਮਾਨ, ਤੁਹਾਨੂੰ ਕਾਫਰ। मेरी गल सुनो ना, मेरी गल सुनो, एक नबी दा एक फतवा है कि जिदे तक दावत पहुंच गई है, नबी दा फतवा है, ठीक है, और उन्हें समझ नहीं दावत और फिर भी उन्होंने सच्चे ਨੂੰ ਝੂਠਾ ਜਾਣਦਾ ਹੈ, तो ਉਹਦੇ ਬਾਰੇ ਜੋ ਫਤਵਾ ਹੈ ਕਿ ਮੁਸਲਮਾਨ ਨਹੀਂ ਹੈ। ਲੇਕਿਨ ਅਮੂਮਨ ਅਸੀਂ ਇਹ ਨਹੀਂ ਕਹਿੰਦੇ ਮੁਸਲਮਾਨ ਨਹੀਂ ਨਾ। ਹਾਂਜੀ ਅਸੀਂ ਮੁਸਲਮਾਨ ਨਹੀਂ ਨਾ ਤੁਹਾਡੀ ਨਜ਼ਰ 'ਚ। देखो एक नबी ने एक फतवा दिया है कि ਜਿਹਦੇ ਤੇ तमामे हुज्जत हो गई, अगर ਤੁਹਾਡੇ ਤੇ ਹੋ ਗਈ ਹੈ, ਅੱਲਾਹ ਨੂੰ ਪਤਾ ਤੁਸੀਂ ਮੁਸਲਮਾਨ ਨਹੀਂ। ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ WhatsApp ਟਾਈਮ ਕਾਫੀ ਹੋ ਗਿਆ, ਤੁਹਾਨੂੰ ਪਤਾ ਨਹੀਂ ਪਿਆ ਲੱਗਦਾ ਤੁਸੀਂ ਕੀ ਆਖਣਾ ਕੀ ਨਹੀਂ ਆਖਣਾ। ਇੱਕ ਵਾਰੀ ਤੁਸੀਂ ਆਂਦੇ ਹੋ ਮੁਸਲਮਾਨ ਤੇ ਇੱਕ ਵਾਰੀ ਤੁਸੀਂ ਆਂਦੇ ਹੋ ਤੁਹਾਨੂੰ ਮੈਂ ਮੁਸਲਮਾਨ ਨਹੀਂ ਮੰਨਣਾ। ਤੁਸੀਂ ਇੰਜ ਕਰੋ,
ਇਹ ਆਪਣੇ ਨਾ ਨਜ਼ਰੀਏ ਤੇ ਗੌਰ ਕਰੋ। ਇਹ ਬਿਲਕੁਲ ਬਾਤਲ ਜੀ ਸੋਚ ਲੈ ਕੇ ਤੇ ਬਚਗਾਨਾ ਜੀ ਲੈ ਕੇ ਨਾ ਗੱਲਾਂ ਲੈ ਕੇ ਤੁਸੀਂ ਟੁਰੀ ਫਿਰਦੇ ਹੋ। ਇਹ ਤੁਹਾਡੇ ਹਾਲਾਤ ਨੇ ਵੀ ਨਾ ਹੁਣ ਤੁਹਾਨੂੰ ਪਤਾ ਪਿਆ ਲੱਗਦਾ ਹੈ ਵੀ ਤੁਸੀਂ ਸਾਨੂੰ ਮੁਸਲਮਾਨ ਆਖਣਾ ਹੈ, ਨਾ ਤੁਹਾਨੂੰ ਸਮਝ ਕੇ ਆਉਂਦੀ। ਨਜ਼ੀਰ ਸਾਹਿਬ ਜਿਹਦੇ ਤਮਾਮੇ ਹੁਜਤ ਹੋ ਗਈ ਹੈ ਉਹ ਮੁਸਲਮਾਨ ਨਹੀਂ ਹੈ। ਹੁਣ ਜਿਹਨੂੰ ਪੈਗਾਮ ਪਹੁੰਚਣ ਦਾ ਕੀ ਮਤਲਬ ਹੈ? ਜਿਹੜੀ ਤਮਾਮੇ ਹੁਜਤ ਦੀ ਗੱਲ ਹੈ, ਗੱਲ ਸੁਣੋ ਪੈਗਾਮ ਸੁਣੋ ਬੱਟ ਸਾਹਿਬ ਸੁਣਨਾ ਪੈਗਾਮ ਕਦੀ ਇੰਜ ਵੀ ਪਹੁੰਚਾਇਆ ਜਾਂਦਾ ਕਿ ਮੈਂ ਕਿਸੇ ਨੂੰ ਕਹਾਂ ਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੇ ਨਬੀ ਨੂੰ ਤੈਨੂੰ ਮੰਨ ਲੈ, ਸੁਣ ਲਓ ਇਹਨੂੰ ਤੁਸੀਂ ਪੈਗਾਮ ਕਹੋਗੇ? ਸੁਣ ਲਓ ਨਾ। ਤੇ ਫਿਰ ਜਿਹੜੇ ਤਮਾਮੇ ਹੁਜਤ ਦੀ ਤੁਸੀਂ ਪੇ ਗੱਲ ਕਰਦੇ ਹੋ ਉਹਦੇ ਬਾਰੇ ਮਿਰਜ਼ਾ ਸਾਹਿਬ ਆਂਦੇ ਨੇ ਤਮਾਮੇ ਹੁਜਤ ਸਿਰਫ ਰੱਬ ਨੂੰ ਹੀ ਪਤਾ ਕਿਤੇ ਤੇ ਹੋਈ ਤੇ ਕਿਤੇ ਤੇ ਨਹੀਂ ਹੋਈ, ਉਹ ਤਾਂ ਸਿਰਫ ਅੱਲਾ ਨੂੰ ਪਤਾ ਹੈ। ਹਾਂ ਸਿਰਫ ਅੱਲਾ ਨੂੰ ਪਤਾ, ਲੇਕਿਨ ਅੱਲਾ ਚਾਹੇ ਤਾਂ ਨਬੀ ਨੂੰ ਦੱਸ ਦੇਵੇ ਕਿ ਨਹੀਂ ਦੱਸ ਸਕਦਾ ਉਹ ਨਬੀ ਨੂੰ? ਨਹੀਂ, ਉਹ ਨਬੀ ਨੂੰ ਤਾਂ ਦੱਸਦੇ। ਇੱਥੇ ਦੇ ਉਹਨਾਂ ਨੇ ਮੁਤਲਕ ਫਤਵਾ ਦਿੱਤੇ ਹੈ ਕਿ ਹਰ ਇੱਕ ਸ਼ਖਸ जिसको मेरी दावत पहुंची है उसने मुझे कबूल नहीं किया, वो मुसलमान नहीं है। हाँ जी, तो उसी मजमून च तमामे हुज्जत दा भी मजमून शामिल है। इत्थे तमामे हुज्जत है ना ही नहीं है तमामे हुज्जत दे विच। मेरी गल सुनो तुसी बट साहब नहीं, बट साहब ਤੁਹਾਡੇ चलो मैं मेरी गल सुन सवाल पूछना, मैं ਤੁਹਾਨੂੰ पुछना ਛੱਡ ਦੋ। ਨਹੀਂ कुरान च लिखिया है आजाद के बदले आजाद, गुलाम के बदले गुलाम, औरत के बदले औरत। ਇਹਦੇ ਅੱਗੇ ਪਿੱਛੇ ਕੁਝ ਵੀ ਨਹੀਂ। ਇਹ ਕੀ ਤੁਸੀਂ ਸਮਝਦੇ ਇਸ ਚੀਜ਼ ਨੂੰ? ਤੁਸੀਂ ਕੁਰਾਨ ਨੂੰ ਪੂਰਾ ਲੈ ਕੇ ਸਮਝੋਗੇ ਜਾਂ ਤੁਸੀਂ ਇਹਨੂੰ ਸਮਝੋਗੇ ਕੱਲੀ ਆਇਤ ਨੂੰ? ਮੈਂ ਤੁਹਾਨੂੰ ਆਖਿਆ ਤੁਹਾਨੂੰ ਕੱਖ ਨਹੀਂ ਸਮਝ ਪਈ ਆਉਂਦੀ ਵੀ ਤੁਸੀਂ ਕੀ ਆਖਣਾ ਤੇ ਕੀ ਨਹੀਂ ਆਖਣਾ। ਤੇ ਅੱਜ ਦੀ ਦਿਹਾੜੀ ਇੰਨੀ ਗੱਲ ਹੀ ਕਾਫੀ ਹੈ। ਥੋਲੇ ਸੇਬਰਾ ਜਿਹਾ ਹੈ ਉਹਨੂੰ ਲੈ ਲਓ ਤੇ ਮੈਨੂੰ ਇਜਾਜ਼ਤ ਦੇ ਦਿਓ। ਨਜ਼ੀਰ ਸਾਹਿਬ ਇਹ ਸਵਾਲ ਦਾ ਜਵਾਬ ਦੇ ਦਿਓ। ਗੁਲਾਮ ਕੇ ਬਦਲੇ ਗੁਲਾਮ, ਆਜ਼ਾਦ ਕੇ ਬਦਲੇ ਆਜ਼ਾਦ, औरत के बदले, ਇਹਨੂੰ ਤੁਸੀਂ ਕੀ ਸਮਝਦੇ ਹੋ? ਸਮਝਨੇ ਅਸੀਂ ਇਹੋ ਕੁਝ ਸਮਝਣਾ ਜੋ ਕੋਈ ਹੈ ਲਿਖਿਆ ਕੀ ਸਮਝਦੇ। ਚਲੋ ਠੀਕ ਹੋ ਗਿਆ, ਠੀਕ ਹੈ ਸਰ। ਕੁਰਾਨ ਨੂੰ ਕੀ ਸਮਝਦੇ ਨੇ ਆਪਣਾ WhatsApp? ਉਹ ਕੁਰਾਨ ਨੂੰ ਕੁਝ ਨਹੀਂ ਸਮਝਦੇ, ਤੁਹਾਨੂੰ ਪਤਾ ਹੀ ਹੈ। हाँ कुछ नहीं समझ। ਉਹਨਾਂ ਨੂੰ ਕੀ कुछ नहीं समझते जी कुरान को। उन्होंने खुद ऐलान किया बात कर रहे हैं वही को मानते नहीं। ਅੱਛਾ ਇਹ ਪੇਸ਼ ਕੋਈ ਡਾਕਟਰ ਅਬਦੁਲ ਕੀਮ ਪਟਿਆਲਵੀ ਦੀ ਜਿਹੜੀ ਹੈ ਨਾ ਇਹ ਸੱਚੀ ਹੋ ਗਈ ਜੋ ਸਾਬਤ ਤੇ ਇਹ ਲੱਗਦਾ ਖੁਦਾ ਦੀ ਤਰਫੋਂ ਸੀ। अच्छा चलो ठीक है, ਤੁਸੀਂ ਮੰਨ ਲਓ ਜੀ। ਠੀਕ ਹੈ ਜੀ। ਉਹ ਜੇ ਨਾ ਸੂਲ ਹੈ ਨਾ, ਸੂਲ ਹੈ ਜਿਹੜੀ ਪੇਸ਼ ਕੋਈ ਪੂਰੀ ਹੋ ਜੇ ਉਹ ਖੁਦਾ ਦੀ ਤਰਫੋਂ ਹੁੰਦੀ। ਹਾਂ ਤੇ ਨਬੀ ਜਿਹੜਾ ਹੁੰਦਾ ਹੈ ਉਹ ਖੁਦਾ ਦੀ ਤਰਫੋਂ ਪੇਸ਼ ਹੋਇਆ ਕਰਦਾ ਹੈਗਾ। ਤੁਸੀਂ ਸਮਝਦੇ ਹੋ ਨਬੀ ਸੀ, ਉਹਨੂੰ ਮੰਨ ਲਓ ਤੁਸੀਂ। ਜਿਹੜੀ ਪੂਰੀ ਹੋ ਜੇ ਤਾਂ ਫਿਰ ਮੰਨਣੀ ਪੈਂਦੀ ਹੈ ਨਾ ਬੱਟ ਸਾਹਿਬ। ਤੇ ਮੰਨ ਲਓ ਨਾ ਤੁਸੀਂ ਕਿ ਉਹ ਖੁਦਾ ਦੀ ਤਰਫੋਂ ਸੀ। ਤੁਹਾਨੂੰ ਕਦੋਂ ਹੋ ਗਈ ਨਾ ਡਾਕਟਰ ਪਟਿਆਲਵੀ ਜੀ ਤੁਸੀਂ ਉਹਨੂੰ ਮੰਨ ਲਓ ਕਿ ਅੱਲਾਹ ਦਾ ਨਬੀ ਸੀ, ਅੱਲਾਹ ਉਹਨੂੰ ਗੈਬ ਦੀਆਂ ਖਬਰਾਂ ਦਿੰਦਾ ਸੀ, ਤੁਹਾਨੂੰ ਨਹੀਂ ਰੋਕਿਆ, ਤੁਸੀਂ ਮੰਨ ਲਓ। ਠੀਕ ਹੈ, ਠੀਕ ਹੋ ਗਿਆ ਬੱਟ ਸਾਹਿਬ। इजाजत दे फिर इंशाल्लाह। शुक्रिया, अस्सलाम वालेकुम। मुझे इजाजत दो सैनी साहब, इजाजत दे दो फिर इंशाल्लाह कल गल करेंगे। अली वाला भाई बहुत बहुत शुक्रिया ते वडाई साहब ਤੁਹਾਡਾ ਵੀ। ਆਮਾ ਸਾਹਿਬ ਤੁਸੀਂ ਆਉਂਦੇ ਆ ਬਰਾਤ ਵਿੱਚ ਜਿਹੜਾ ਨਾ ਬਾਹਰ ਆ ਜਾਂਦੀ ਤੇ ਆਉਂਦੇ ਹੋਇਆ ਕਰੋ ਤੇ ਸਾਨੂੰ ਚੰਗੀਆਂ ਨਸੀਹਤਾਂ ਜਿਹੜੀਆਂ ਨੇ ਨਾ ਉਹ ਕਰਦੇ ਰਹਿਆ ਕਰੋ। ਤੁਸੀਂ ਡਰਾਇਓ ਨਾ ਤੇ ਫਿਰ ਮੈਂ ਇੰਸ਼ਾਅੱਲਾ ਆਉਂਦਾ ਹੀ ਰਵਾਂਗਾ। ਤੁਸੀਂ ਡਰਾ ਛੜੋ ਤੇ ਫਿਰ ਤੇ ਡਰ ਕੇ ਨਹੀਂ ਅਸੀਂ ਨਹੀਂ ਡਰਾਉਂਦੇ ਆ, ਤੁਸੀਂ ਆਉਂਦੇ ਰਹੋ ਕਰੋ। ठीक है सर, शाबाश। अस्सलाम वालेकुम। यार बाजियां तो सारे इल्जाम मेरे पे लगा गए हैं, लामा साहब के भी। कोई तो बारे कोई है सर ये कुछ खवातीन होती हैं जो साहब मौजूद हो? रहती हैं।